किताब खाड़कू संघर्ष की साखी अणजाणे अणगौले सिद्दकी अते योधे लेखक भाई दलजीत सिंह। पाठ दूजा अणगौले सिद्दकी अते योधे भाग 7वें विच सुनो बाबा प्यारा सिंह, बीबी सिमरजीत कौर अते तूफान अते छोटा तूफान। वाहिगुरू जी का खालसा वाहिगुरू जी की फतेह। बाबा प्यारा सिंह, मैं पाकिस्तान विच सी तां उत्थे चौधरीਆਂ लहिंदे पंजाब विच साडे मददगार ने दस्सिया कि तुहानूं कोई मिलना चाहुंदा है, जिस नूं असीं महमान वजों काफ़ी समय तो कराची रखिया होया है। उत्थे जथेबंदियां दे हिसाब नाल बंदियां नूं रखिया जांदा सी। उस वक्त असीं पंथक कमेटी अते 5 जथेबंदियां दे सिंह एक थां रहिंदे सां। अगले 2 कुछ दिनां विच ओह साडे कोल उस सिंह नूं छड्ड गए। इह सिंह दा नाम बाबा प्यारा सिंह जी, जो छोटे कद, इकहरे शरीर अते हल्की जी दाढ़ी अते कणक बन्ने रंग दा सी। ਇਹ ਪਿੱਛੋਂ ਫਤਿਹਗੜ੍ਹ ਸਾਹਿਬ ਜਾਂ ਰੋਪੜ ਦੇ ਕਿਸੇ ਪਿੰਡ ਦਾ ਸੀ। ਇਹਦੇ ਅਸਲ ਨਾਮ ਬਾਰੇ ਵੀ ਪਤਾ ਨਹੀਂ ਹੈ, ਹੋ ਸਕਦਾ ਹੈ ਕੋਈ ਹੋਰ ਹੋਵੇ, ਪਰ ਇਹ ਸਿੰਘਾਂ ਵਿੱਚ ਬਾਬਾ ਪਿਆਰਾ ਸਿੰਘ ਕਰਕੇ ਹੀ ਜਾਣਿਆ ਜਾਂਦਾ ਸੀ। ਇਸ ਨੂੰ ਸਤਨਾਮ ਸਿੰਘ ਸ਼ੀਨਾ BTFK, ਜੋ ਉਸ ਵਕਤ ਯੂਪੀ ਵਿੱਚ ਸਰਗਰਮ ਸੀ, ਨੇ ਹਥਿਆਰਾਂ ਲਈ ਭੇਜਿਆ ਸੀ। ਇਹਦੇ ਨਾਲ ਇੱਕ ਨਕਸਲੀ ਸਾਥੀ ਵੀ ਸੀ। ਇਹ ਦੋਵੇਂ ਜਾਣੇ ਬੜੇ ਹੀ ਔਖੇ ਹੋ ਕੇ ਗੁਜਰਾਤ ਦੇ ਸਮੁੰਦਰੀ ਰਸਤੇ ਰਾਹੀਂ ਪਾਕਿਸਤਾਨ ਆਏ ਸਨ। ਸਾਡੇ ਲਈ ਇਹ ਰਸਤਾ ਬਿਲਕੁਲ ਨਵਾਂ ਅਤੇ ਅਣਜਾਣ ਸੀ। ਚੌਧਰੀਆਂ ਦੇ ਹਿਸਾਬ ਨਾਲ ਵੀ ਇਹ ਰਸਤਾ ਔਖਾ ਸੀ, ਕਿਉਂਕਿ ਦੂਰ ਤੱਕ ਮਾਰੂਥਲ, ਦਲਦਲ ਅਤੇ ਸਮੁੰਦਰ ਦਾ ਫੈਲਾਅ ਸੀ। ਇੱਥੇ ਵਿਚਕਾਰ ਕੋਈ ਵੀ ਵਸੋਂ ਨਹੀਂ ਸੀ। ਚੌਧਰੀਆਂ ਨੂੰ ਵੀ ਬਹੁਤ ਹੈਰਾਨੀ ਹੋਈ ਜਦੋਂ ਉਹ ਦੋਵੇਂ ਜਾਣੇ ਬੇੜੀ ਰਾਹੀਂ ਉੱਥੇ ਪਹੁੰਚ ਗਏ। ਇਹਨਾਂ ਨੇ ਦੱਸਿਆ ਵੀ ਕਿ ਕਿਸ ਨੂੰ ਮਿਲਣਾ ਹੈ, ਪਰ ਇੱਕ ਤਾਂ ਉਹ ਨਵੇਂ ਰਸਤੇ ਰਾਹੀਂ ਆਏ ਸਨ ਅਤੇ ਦੂਜਾ ਪਿਆਰਾ ਸਿੰਘ ਦੇ ਨਾਲ ਵਾਲਾ ਬੰਦਾ ਨਕਸਲੀ ਸੀ। ਇਸ ਕਰਕੇ ਉਹਨਾਂ ਦੀ ਆਮਦ ਦੇ ਹਾਲਾਤ ਸਹਿਜ ਨਹੀਂ ਸਨ। ਉਹਨਾਂ ਤੋਂ ਕਾਫੀ ਚਿਰ ਪੁੱਛਗਿੱਛ ਵੀ ਕੀਤੀ ਗਈ ਅਤੇ ਕਰਾਚੀ ਹੀ ਰੱਖਿਆ ਗਿਆ। ਬਾਬਾ ਪਿਆਰਾ ਸਿੰਘ ਨੂੰ ਨਕਸਲੀ ਬੰਦੇ ਨਾਲੋਂ ਅੱਡ ਕਰ ਲਿਆ ਤੇ ਸਾਡੇ ਕੋਲ ਭੇਜ ਦਿੱਤਾ ਗਿਆ। ਸ਼ਾਇਦ ਨਕਸਲੀਆਂ ਨਾਲ ਪਾਕਿਸਤਾਨ ਦੀ ਇਹ ਪਹਿਲੀ ਮਿਲਣੀ ਸੀ। ਉਹਨਾਂ ਨੇ ਉਸ ਨਾਲ ਵੱਖਰੇ ਰੂਪ ਵਿੱਚ ਕੋਈ ਸਬੰਧ ਬਣਾਇਆ ਜਾਂ ਕੀ ਕੀਤਾ, ਉਹਦੇ ਬਾਰੇ ਸਾਨੂੰ ਪਤਾ ਨਹੀਂ ਹੈ। ਬਾਬਾ ਪਿਆਰਾ ਸਿੰਘ ਬਚਪਨ ਤੋਂ ਹੀ ਕਾਰ ਸੇਵਾ ਵਾਲੇ ਬਾਬਿਆਂ ਨਾਲ ਰਿਹਾ ਸੀ। ਉੱਥੇ ਹੀ ਜਵਾਨ ਹੋਇਆ। ਉਹਨਾਂ ਦੇ ਡੇਰੇ ਵਿੱਚ ਡਰਾਈਵਰੀ ਕਰਨ ਲੱਗਾ। ਡਰਾਈਵਰੀ ਕਰਦਿਆਂ ਮੁਸਾਫਰੀ ਦੀ ਦੁਨੀਆ ਵਿੱਚ ਆ ਗਿਆ। ਜਦੋਂ ਉਹ ਯੂਪੀ, ਬਿਹਾਰ ਵਿੱਚ ਗੱਡੀ ਚਲਾਉਂਦਾ ਸੀ ਤਾਂ ਨਕਸਲੀਆਂ ਨਾਲ ਰਾਬਤਾ ਹੋ ਗਿਆ। ਨਕਸਲੀਆਂ ਤੋਂ ਉਹਦਾ ਸਬੰਧ ਤਰਾਈ ਵਿੱਚ ਸਤਨਾਮ ਸਿੰਘ ਸ਼ੀਨੇ ਨਾਲ ਹੋ ਗਿਆ। ਉਸ ਵੇਲੇ ਉਹਦੀ ਉਮਰ 40-45 ਸਾਲ ਦੀ ਸੀ। ਉਸ ਵੇਲੇ ਨਕਸਲੀਆਂ ਅਤੇ ਸਿੰਘਾਂ ਦੀ ਸਾਂਝੀ ਲੋੜ ਹਥਿਆਰ ਸਨ। ਗੁਜਰਾਤ ਦੇ ਸਰਹੱਦੀ ਇਲਾਕਿਆਂ ਵਿੱਚ ਗੱਡੀ ਚਲਾਉਣ ਕਰਕੇ ਉਹਨੂੰ ਇੱਥੋਂ ਦਾ ਭੇਤ ਸੀ। ਇਸ ਕਰਕੇ ਇੱਥੋਂ ਦੇ ਰਾਹਾਂ ਵਿੱਚੋਂ ਰਾਹ ਬਣਾ ਕੇ ਉਹ ਪਾਕਿਸਤਾਨ ਪਹੁੰਚ ਗਿਆ। ਬਾਬੇ ਦਾ ਸੁਭਾਅ ਬਹੁਤ ਹਾਸੇ ਮਜ਼ਾਕ ਵਾਲਾ ਸੀ ਅਤੇ ਸਦਾ ਖੁਸ਼ ਰਹਿਣ ਵਾਲਾ ਬੰਦਾ ਸੀ। ਉਹ ਹੋਰਾਂ ਨੂੰ ਵੀ ਖੁਸ਼ ਕਰੀ ਰੱਖਦਾ ਸੀ। ਜਦੋਂ ਉਹ ਉੱਥੇ ਆਇਆ ਤਾਂ ਥੋੜ੍ਹੇ ਸਮੇਂ ਵਿੱਚ ਹੀ ਸਾਰਿਆਂ ਨਾਲ ਘੁਲ ਮਿਲ ਗਿਆ। ਉਹ ਸਭ ਦਾ ਮਨਪਸੰਦ ਬਣ ਗਿਆ, ਕਿਉਂਕਿ ਉਹ ਗੱਲਾਂ ਦੀ ਲੜੀ ਟੁੱਟਣ ਨਹੀਂ ਦਿੰਦਾ ਸੀ। ਉਹਦੇ ਕੋਲ ਗੱਲਾਂ ਦਾ ਅਮੁੱਕ ਭੰਡਾਰ ਸੀ। ਹਰ ਵਾਰੀ ਨਵੀਂ ਤੋਂ ਨਵੀਂ ਗੱਲ ਸੁਣਾਉਣੀ। ਉਹਦੇ ਕੋਲ ਖੁਸ਼ ਅਤੇ ਹੈਰਾਨ ਕਰਨ ਵਾਲੀਆਂ ਗੱਲਾਂ ਦੇ ਖਜ਼ਾਨੇ ਸਨ। ਉਹ ਪੰਜਾਬ ਵਿੱਚ ਬਹੁਤਾ ਨਹੀਂ ਗਿਆ ਸੀ, ਪਰ ਉਹਦੇ ਕਹਿਣ ਮੁਤਾਬਕ ਉਹਨੇ ਭਾਰਤ ਦੇ ਸਾਰੇ ਸੂਬਿਆਂ ਦਾ ਪਾਣੀ ਪੀਤਾ ਹੋਇਆ ਸੀ। ਹਰ ਸੂਬੇ ਦੀ ਥੋੜ੍ਹੀ ਬਹੁਤੀ ਬੋਲੀ ਵੀ ਬੋਲ ਲੈਂਦਾ ਸੀ। ਗੁਜਰਾਤੀ, ਮਰਾਠੀ, ਰਾਜਸਥਾਨੀ, ਭੋਜਪੁਰੀ, ਖਾਸ ਕਰਕੇ ਨਕਸਲੀ ਇਲਾਕਿਆਂ ਦੀ ਬੋਲੀ ਬਹੁਤ ਚੰਗੀ ਤਰ੍ਹਾਂ ਬੋਲ ਲੈਂਦਾ ਸੀ। ਬਚਪਨ ਤੋਂ ਹੀ ਸੇਵਾ ਅਤੇ ਮੁਸਾਫਰੀ ਵਿੱਚ ਰਿਹਾ ਹੋਣ ਕਰਕੇ ਉਸ ਦੇ ਸੁਭਾਅ ਵਿੱਚ ਦੁਨੀਆ ਨਾਲੋਂ ਇੱਕ ਅਲੈਦਗੀ ਆ ਗਈ ਸੀ। ਉਹ ਥੋੜ੍ਹਾ ਜਿਹਾ ਖਾਂਦਾ ਸੀ, ਪਹਿਨਣ ਦਾ ਕੋਈ ਸ਼ੌਂਕ ਨਹੀਂ ਸੀ, ਸੌਂਦਾ ਵੀ ਥੋੜ੍ਹਾ ਸੀ। ਉਹਨੂੰ ਗੁਰੂ ਗ੍ਰੰਥ ਸਾਹਿਬ ਉੱਤੇ ਅਟੁੱਟ ਭਰੋਸਾ ਸੀ, ਪਰ ਪਾਠ ਘੱਟ ਕਰਦਾ ਸੀ। ਉਹ ਤੜਕੇ ਜਾਂ ਰਾਤੀਂ ਇਕੱਲਿਆਂ ਬੈਠਾ ਰਹਿੰਦਾ ਸੀ। ਜਦੋਂ ਮੇਰੇ ਨਾਲ ਕਾਫੀ ਖੁੱਲ੍ਹ ਗਿਆ ਸੀ ਤਾਂ ਇੱਕ ਦਿਨ ਕਹਿਣ ਲੱਗਾ ਕਿ ਮੈਂ ਗੁਟਕਾ ਜਾਂ ਪੋਥੀ ਇਸ ਕਰਕੇ ਨਹੀਂ ਫੜਦਾ ਕਿ ਮੈਨੂੰ ਡਰ ਲੱਗਦਾ ਹੈ ਕਿ ਇਹ ਮੈਲਾ ਸਰੀਰ ਹੈ, ਉਹ ਰੱਬ ਦੀ ਜਾਤ ਹੈ। ਇਸ ਕਰਕੇ ਜਦੋਂ ਵੀ ਪਾਠ ਕਰਨ ਨੂੰ ਜੀ ਕਰਦਾ ਹੈ, ਜਾਂ ਤਾਂ ਪਾਠ ਸੁਣ ਲੈਂਦਾ ਹਾਂ ਜਾਂ ਮੂਲ ਮੰਤਰ ਅਤੇ ਚੌਪਈ ਸਾਹਿਬ ਦੇ ਪਾਠ ਜੋ ਜ਼ੁਬਾਨੀ ਕੰਠ ਹੈ ਉਹ ਕਰ ਲੈਂਦਾ ਹਾਂ। ਮੈਨੂੰ ਇਸੇ ਤਰ੍ਹਾਂ ਹੀ ਸ਼ਾਂਤੀ ਮਿਲਦੀ ਹੈ। ਲੰਗਰ ਬਣਾਉਣਾ ਅਤੇ ਵਰਤਾਉਣਾ ਉਹਦਾ ਪਹਿਲਾ ਸ਼ੌਂਕ ਸੀ।
ਉਹ ਚਾਹੇ ਕਿਸੇ ਡੇਰੇ 'ਤੇ ਸੀ ਜਾਂ ਨਕਸਲੀਆਂ ਵਿੱਚ ਜਾਂ ਸਿੰਘਾਂ ਵਿੱਚ, ਸਭ ਥਾਂ ਉਹਨੇ ਇਹ ਕੰਮ ਨਹੀਂ ਛੱਡਿਆ। ਸਾਡੇ ਕੋਲ ਵੀ ਇਹ ਸੇਵਾ ਆਪ ਹੀ ਲੈਂਦਾ ਸੀ। ਇਹ ਕੰਮ ਵਿੱਚ ਉਹ ਜੀ ਜਾਨ ਨਾਲ ਜੁਟ ਜਾਂਦਾ ਸੀ। ਉਹ ਲੰਗਰ ਨਾਲ ਇੱਕ ਰੂਪ ਹੀ ਹੋ ਜਾਂਦਾ ਸੀ। ਉਹਦੇ ਜਾਣ ਤੋਂ ਬਾਅਦ ਉਹਦਾ ਚੇਤਾ ਲੰਗਰ ਨਾਲ ਜੁੜ ਕੇ ਵੀ ਆਉਂਦਾ ਰਿਹਾ। ਉਹਦਾ ਪੱਕਾ ਪਹਿਰਾਵਾ ਇਹੋ ਸੀ, ਚੋਲਾ, ਕਸ਼ਹਿਰਾ, ਸਿਰ 'ਤੇ ਸਾਫਾ, ਮੋਢੇ ਲੋਈ, ਪੈਰੀਂ ਸਾਦੀ ਜੁੱਤੀ। ਇਹਦੇ ਬਿਨਾਂ ਕੋਈ ਸ਼ੈ ਉਹਦੇ ਪਹਿਰਾਵੇ ਦਾ ਜ਼ਰੂਰੀ ਅੰਗ ਨਹੀਂ ਸੀ। ਉਹਦੇ ਕਹਿਣ ਅਨੁਸਾਰ ਉਹ ਜੰਗਲਾਂ ਵਿੱਚ ਵੀ ਇੱਦਾਂ ਹੀ ਰਿਹਾ। ਡਰਾਈਵਰੀ ਵੀ ਉਹਨੇ ਇਸੇ ਬਾਣੇ ਵਿੱਚ ਹੀ ਕੀਤੀ। ਗੱਡੀ ਚਲਾਉਣਾ ਉਹਦਾ ਦੂਜਾ ਸ਼ੌਂਕ ਸੀ। ਇਹ ਕੰਮ ਉਹਨੇ ਜੀਵਨ ਨਿਰਵਾਹ ਲਈ ਨਹੀਂ ਸਿੱਖਿਆ ਸੀ ਅਤੇ ਨਾ ਹੀ ਰੋਜ਼ੀ ਰੋਟੀ ਲਈ ਕਰਦਾ ਸੀ। ਰੋਟੀ ਤਾਂ ਉਹਨੂੰ ਕਿਤੇ ਵੀ ਮਿਲ ਸਕਦੀ ਸੀ, ਕਿਉਂਕਿ ਉਹਦੀਆਂ ਲੋੜਾਂ ਹੀ ਬਹੁਤ ਥੋੜ੍ਹੀਆਂ ਸਨ। ਮੁਸਾਫਰੀ ਉਹਦੇ ਜੀਵਨ ਦਾ ਹਿੱਸਾ ਸੀ। ਸ਼ਾਇਦ ਉਹਦੇ ਦਿਮਾਗ ਵਿੱਚ ਆਪਣਾ ਘਰ ਵਰਗੀ ਥਾਂ ਦਾ ਕੋਈ ਖਿਆਲ ਹੀ ਨਹੀਂ ਸੀ। ਇਸ ਲਈ ਉਹ ਮੁਸਾਫਰੀ ਨੂੰ ਹੀ ਜ਼ਿੰਦਗੀ ਜਾਣਦਾ ਸੀ। ਮੁਸਾਫਰੀ ਦਾ ਸਾਧਨ ਡਰਾਈਵਰੀ ਸੀ। ਇਸ ਕਰਕੇ ਉਹ ਇਹਨੂੰ ਕੰਮ ਨਹੀਂ, ਜੀਵਨ ਸਮਝਦਾ ਸੀ। ਨਵੇਂ-ਨਵੇਂ ਲੋਕਾਂ ਨੂੰ ਮਿਲਣਾ ਅਤੇ ਨਵੀਆਂ ਥਾਵਾਂ ਵੇਖਣਾ ਵੀ ਉਹਦਾ ਤੀਜਾ ਸ਼ੌਂਕ ਕਹਿ ਸਕਦੇ ਹਾਂ, ਜੋ ਮੁਸਾਫਰੀ ਨਾਲ ਹੀ ਜੁੜਿਆ ਹੋਇਆ ਹੈ। ਉਹ ਸਭ ਭਾਂਤ ਦੇ ਲੋਕਾਂ ਨਾਲ ਖੁਸ਼ ਰਹਿ ਲੈਂਦਾ ਸੀ। ਕਾਰ ਸੇਵਾ ਤੋਂ ਡਰਾਈਵਰੀ, ਇਸ ਤੋਂ ਨਕਸਲੀ ਅਤੇ ਫਿਰ ਸਿੰਘਾਂ ਨਾਲ ਮੇਲ। ਇਹ ਸਫ਼ਰ ਅਸਲ ਵਿੱਚ ਨਵੇਂ ਲੋਕਾਂ ਨੂੰ ਮਿਲਣ ਅਤੇ ਨਵੀਆਂ ਥਾਵਾਂ ਨੂੰ ਵੇਖਣ ਜਾਣਨ ਦੀ ਰੁਚੀ ਦਾ ਹੀ ਰੂਪ ਸੀ। ਉਹਨੂੰ ਚੌਥਾ ਸ਼ੌਂਕ ਹਥਿਆਰਾਂ ਦਾ ਸੀ। ਇਹ ਅਜੀਬ ਗੱਲ ਸੀ ਕਿ ਉਹ ਹਥਿਆਰਬੰਦ ਸੰਘਰਸ਼ ਦਾ ਪੱਕਾ ਮੁਦਈ ਸੀ, ਪਰ ਉਹਨੂੰ ਹਮਲੇ ਕਰਨ ਦਾ ਸ਼ੌਂਕ ਨਹੀਂ ਸੀ। ਮੈਨੂੰ ਲੱਗਿਆ ਕਿ ਉਹਨੂੰ ਬੰਦਿਆਂ ਦਾ ਹਿੰਸਾ ਨਾਲ ਮਰਨਾ ਚੰਗਾ ਨਹੀਂ ਲੱਗਦਾ ਸੀ, ਪਰ ਹਥਿਆਰ ਰੱਖਣ, ਚੁੱਕਣ ਦਾ, ਹਥਿਆਰਾਂ ਸੰਗ ਰਹਿਣ ਦਾ ਸ਼ੁਦਾਈ ਸੀ। ਇਸ ਕੰਮ ਲਈ ਉਹ ਹਰ ਜ਼ਿੰਮੇਵਾਰੀ ਕਬੂਲ ਲੈਂਦਾ ਸੀ। ਉਹ ਬਹੁਤ ਪੜ੍ਹਿਆ ਹੋਇਆ ਨਹੀਂ ਸੀ, ਪਰ ਉਹ ਬਗਾਵਤਾਂ ਦਾ ਬਹੁਤ ਹਾਮੀ ਸੀ। ਉਹਦੇ ਨਾਲ ਰਹਿ ਕੇ ਇਹੋ ਮਹਿਸੂਸ ਹੋਇਆ ਕਿ ਉਹਦੇ ਧੁਰ ਅੰਦਰ ਬਾਗੀ ਬੈਠਾ ਹੋਇਆ ਸੀ। ਸਿੱਖੀ ਵਿੱਚ ਜਨਮ ਨੇ ਉਹਦੇ ਵਿੱਚ ਲੋਕ ਭਲਾਈ ਦਾ ਤੱਤ ਵੀ ਭਰ ਦਿੱਤਾ ਸੀ। ਉਹਦਾ ਦਿਲ ਕਰਦਾ ਸੀ ਕਿ ਜਿੱਥੇ ਵੀ ਬਗਾਵਤ ਹੋ ਰਹੀ ਹੈ ਉਹ ਉਹਦੇ ਵਿੱਚ ਸ਼ਾਮਲ ਹੋ ਜਾਵੇ। ਉਹਨੇ ਮੈਨੂੰ ਜੰਗਲਾਂ ਵਿੱਚ ਨਕਸਲੀਆਂ ਨਾਲ ਰਹਿਣ ਦੇ ਬਹੁਤ ਵਾਕਿਆਤ ਸੁਣਾਏ, ਜਿਸ ਤੋਂ ਲੱਗਦਾ ਸੀ ਕਿ ਉਹਦਾ ਸੰਘਰਸ਼ ਨਾਲ ਅਜਿਹਾ ਰਿਸ਼ਤਾ ਬਣ ਗਿਆ ਸੀ ਕਿ ਉਹਦਾ ਜੀਵਨ ਹਥਿਆਰਬੰਦ ਸੰਘਰਸ਼ ਤੋਂ ਬਿਨਾਂ ਅਧੂਰਾ ਸੀ। ਬ੍ਰਾਹਮਣਵਾਦ ਦਾ ਉਹ ਕੱਟੜ ਵਿਰੋਧੀ ਸੀ। ਉਹ ਹਰ ਗੱਲ ਵਿੱਚ ਇਹਨੂੰ ਲੈ ਆਉਂਦਾ ਸੀ ਅਤੇ ਉਹਦਾ ਸਾਰਾ ਵਿਰੋਧ ਇਸੇ ਉੱਤੇ ਹੀ ਕੇਂਦਰਿਤ ਸੀ। ਸਿੱਖਾਂ ਵਿੱਚ ਪਣਪ ਰਹੀ ਬ੍ਰਾਹਮਣਵਾਦੀ ਜਮਾਤ ਉਹਨੂੰ ਬਹੁਤ ਚੁਭਦੀ ਸੀ, ਜਿਸ ਨੇ ਸਿਆਸੀ ਅਤੇ ਧਾਰਮਿਕ ਖੇਤਰ ਵਿੱਚ ਅਤੇ ਹੋਰ ਸਭ ਖੇਤਰਾਂ ਵਿੱਚ ਅਸਰ ਪਾ ਲਿਆ ਸੀ। ਇਸ ਗੱਲ ਕਰਕੇ ਉਹਦਾ ਕਈ ਵਾਰ ਹੋਰਨਾਂ ਸਿੰਘਾਂ ਨਾਲ ਇਸ ਨੁਕਤੇ ਉੱਤੇ ਤਕਰਾਰ ਵੀ ਹੋ ਜਾਂਦਾ ਸੀ, ਕਿਉਂਕਿ ਜਿੱਥੇ ਵੀ ਉਹਨੂੰ ਖਾੜਕੂ ਸਫਾਂ ਵਿੱਚ ਬ੍ਰਾਹਮਣਵਾਦ ਦਾ ਅਸਰ ਲੱਗਦਾ ਸੀ, ਉਹ ਉਹਦੇ ਉੱਤੇ ਇੱਕਦਮ ਉਸੇ ਵੇਲੇ ਉਂਗਲ ਚੁੱਕਦਾ ਸੀ। ਇੱਕ ਵਾਕਿਆਤ ਉਹਦੇ ਵਿਚਾਰਾਂ ਦਾ ਅਹਿਸਾਸ ਕਰਾਉਣ ਵਾਲਾ ਹੈ। ਇੱਕ ਵਾਰ ਕੁਝ ਸਿੰਘਾਂ ਨਾਲ ਉਹ ਖਾਲਿਸਤਾਨ ਬਾਰੇ ਗੱਲਾਂ ਕਰਦਿਆਂ ਉਲਝ ਪਿਆ। ਉਹਨਾਂ ਸਿੰਘਾਂ ਵਿੱਚ ਜਿਹੜੇ ਗੱਲ ਕਰਨ ਵਾਲੇ ਸਨ, ਉਹ ਆਮ ਤਰੀਕੇ ਨਾਲ ਹੀ ਖਾਲਿਸਤਾਨ ਦੀ ਹੱਦ ਅੰਬਾਲੇ ਜਾਂ ਪਾਣੀਪਤ ਤੱਕ ਮਿਥ ਰਹੇ ਸਨ। ਉਹ ਲਗਭਗ ਅਨਪੜ੍ਹ ਬੰਦਾ ਸੀ ਅਤੇ ਰਾਜਨੀਤੀ ਦੀ ਇਹ ਹੱਦਬੰਦੀ ਵਾਲੀ ਗੱਲ ਤੋਂ ਅਣਜਾਣ ਤਾਂ ਭਾਵੇਂ ਨਾ ਕਿਹਾ ਜਾਵੇ, ਪਰ ਆਕੀ ਜ਼ਰੂਰ ਸੀ। ਉਹਦੀ ਗੁਰੂ ਤੇ ਅਟੁੱਟ ਸ਼ਰਧਾ ਅਤੇ ਬ੍ਰਾਹਮਣਵਾਦ ਵਿਰੋਧੀ ਵਿਚਾਰ ਕਾਰਨ ਉਹ ਆਪਣੀ ਗੱਲ ਉੱਤੇ ਪੱਕਾ ਸੀ ਕਿ ਖਾਲਿਸਤਾਨ ਨੂੰ ਇਹ ਹੱਦਬੰਦੀ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ, ਪਰ ਉਹਦੇ ਕੋਲ ਇਹ ਗੱਲ ਦੀ ਕੋਈ ਵਿਆਖਿਆ ਨਹੀਂ ਸੀ। ਉਹਨੂੰ ਲੱਗਦਾ ਸੀ ਕਿ ਸਾਰੇ ਸੂਬਿਆਂ ਦੇ ਲੋਕ ਬ੍ਰਾਹਮਣਵਾਦ ਦੇ ਨਪੀੜੇ ਹੋਏ ਹਨ। ਉਹ ਬਹੁਤਾ ਪੰਜਾਬ ਤੋਂ ਬਾਹਰ ਹੀ ਰਿਹਾ ਸੀ, ਇਸ ਲਈ ਉਹਨੂੰ ਲੱਗਦਾ ਸੀ ਕਿ ਦਲਿਤਾਂ, ਗਰੀਬਾਂ ਅਤੇ ਪਛੜੇ ਕਹੇ ਜਾਂਦੇ ਲੋਕਾਂ ਦੀ ਮੁਕਤੀ ਵੀ ਖਾਲਿਸਤਾਨ ਦਾ ਹਿੱਸਾ ਹੀ ਸੀ। ਉਹ ਇਸ ਗੱਲ ਉੱਤੇ ਬਹੁਤ ਪੱਕਾ ਸੀ ਕਿ ਬ੍ਰਾਹਮਣਵਾਦ ਨੂੰ ਕਮਜ਼ੋਰ ਕੀਤਿਆਂ ਜਾਂ ਮਾਰਿਆਂ ਬਿਨਾਂ ਖਾਲਿਸਤਾਨ ਸਾਕਾਰ ਨਹੀਂ ਹੋ ਸਕਦਾ। ਜਦੋਂ ਬਹਿਸ ਕਿਸੇ ਸਿਰੇ ਨਾ ਲੱਗੀ ਤਾਂ ਕੁਝ ਸਿੰਘ ਉੱਚੀ ਬੋਲਣ ਲੱਗ ਪਏ ਤਾਂ ਉਸ ਨੇ ਬਿਨਾਂ ਧੀਰਜ ਛੱਡੇ ਗੱਲ ਮੁਕਾਉਂਦਿਆਂ ਕਿਹਾ ਕਿ ਉੱਥੇ ਜੰਗਲਾਂ ਵਿੱਚ ਲੜ ਰਹੇ ਗਰੀਬ ਆਦਿਵਾਸੀ ਵੀ ਉਹਨੂੰ ਓਨੇ ਹੀ ਪਿਆਰੇ ਹਨ ਜਿੰਨੇ ਕਿ ਪੰਜਾਬ ਦੇ ਸਿੱਖ। ਥੋੜ੍ਹਾ ਅਤੇ ਔਖਾ ਮਾਰੇ ਲੋਕਾਂ ਵਿੱਚ ਰਹਿ ਕੇ ਉਹਨਾਂ ਲਈ ਲੰਗਰ ਤਿਆਰ ਕਰਨ ਅਤੇ ਉਹਨਾਂ ਦੇ ਬੱਚਿਆਂ ਨੂੰ ਪਿਆਰ ਦੇਣ ਨਾਲ ਮੈਨੂੰ ਖੁਸ਼ੀ ਮਿਲਦੀ ਹੈ। ਮੈਨੂੰ ਲੱਗਦਾ ਹੈ ਮੇਰਾ ਗੁਰੂ ਵੀ ਇਸੇ ਗੱਲ ਵਿੱਚ ਖੁਸ਼ ਹੈ। ਕਥਾ ਸੁਣਾਉਣ ਅਤੇ ਮਹਿਫਲ ਸਜਾਉਣ ਵਿੱਚ ਉਹਨੂੰ ਕੁਦਰਤੀ ਕਲਾ ਹਾਸਲ ਸੀ। ਕੋਈ ਵੀ ਬੰਦਾ ਉਹਦੀ ਸੰਗਤ ਵਿੱਚ ਉਕਤਾਉਂਦਾ ਨਹੀਂ ਸੀ, ਨਾ ਹੀ ਉੱਠ ਕੇ ਜਾਂਦਾ ਸੀ। ਉਹਨੇ ਵਿਆਹ ਨਹੀਂ ਕਰਾਇਆ ਸੀ, ਪਰ ਉਹਨੂੰ ਔਰਤਾਂ ਬਾਰੇ ਵੀ ਬਹੁਤ ਜਾਣਕਾਰੀ ਸੀ।
ਇੱਕ ਦਿਨ ਇੱਕ ਸਿੰਘ ਨੇ ਕਿਹਾ, ਬਾਬਾ ਤੂੰ ਵਿਆਹ ਤਾਂ ਕਰਵਾਇਆ ਨਹੀਂ, ਪਰ ਤੈਨੂੰ ਜਾਣਕਾਰੀ ਕਿਵੇਂ ਹੈ? ਉਹਨੇ ਸਹਿਜ ਸੁਭਾਅ ਹੀ ਕਿਹਾ ਕਿ ਉਹਨੂੰ ਦੂਰੋਂ ਵੇਖ ਕੇ ਹੀ ਗੱਲਾਂ ਸਮਝ ਆ ਗਈਆਂ ਹਨ। ਮੈਨੂੰ ਨਹੀਂ ਪਤਾ ਉਹਦੀ ਇਹ ਗੱਲ ਦਾ ਪੂਰਾ ਮਤਲਬ ਕੀ ਸੀ, ਪਰ ਉਹ ਔਰਤਾਂ ਦੇ ਸੁਭਾਅ ਦੀਆਂ ਗਹਿਰਾਈਆਂ ਜਾਣਦਾ ਸੀ। ਕਈ ਵਾਰ ਉਹਨੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਨਕਸਲੀਆਂ ਨਾਲ ਮਿਲਾਉਂਗਾ, ਉਹ ਤੁਹਾਨੂੰ ਮਿਲ ਕੇ ਬਹੁਤ ਖੁਸ਼ ਹੋਣਗੇ। ਉਹ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਹਨ। ਉਹਨਾਂ ਨੇ ਮੈਨੂੰ ਸਿੱਖੀ ਬਾਰੇ ਕਦੇ ਕੋਈ ਸਵਾਲ ਨਹੀਂ ਕੀਤਾ, ਨਾ ਹੀ ਕੋਈ ਅਜਿਹਾ ਬਚਨ ਕਿਹਾ ਹੈ ਜੋ ਸਿੱਖੀ ਵਿਰੁੱਧ ਹੋਵੇ। ਉਹ ਪੰਜਾਬ ਵਿੱਚ ਨਹੀਂ ਰਿਹਾ ਸੀ, ਇਸ ਕਰਕੇ ਉਹਨੂੰ ਲੱਗਦਾ ਸੀ ਕਿ ਸਿੱਖ ਜਥੇਬੰਦੀਆਂ ਵਿੱਚ ਕਾਮਰੇਡਾਂ ਬਾਰੇ ਜੋ ਵਿਚਾਰ ਇਹ ਵੀ ਬ੍ਰਾਹਮਣਵਾਦ ਦਾ ਅਸਰ ਹੈ। ਇੱਕ ਪੱਖ ਤੋਂ ਤਾਂ ਉਹ ਸਹੀ ਸੀ ਕਿ ਇਹ ਬ੍ਰਾਹਮਣਵਾਦ ਦਾ ਅਸਰ ਸੀ, ਪਰ ਉਹਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਸ ਪੜਾਅ ਉੱਤੇ ਬ੍ਰਾਹਮਣਵਾਦ ਦਾ ਅਸਰ ਸੰਘਰਸ਼ ਨਾਲੋਂ ਪੰਜਾਬ ਦੇ ਕਾਮਰੇਡਾਂ ਉੱਤੇ ਕਿਤੇ ਵਧੇਰੇ ਸੀ। ਉਹਦਾ ਕਹਿਣਾ ਸੀ ਕਿ ਝਾਰਖੰਡ ਦਾ ਇੱਕ ਵੱਡਾ ਨਕਸਲੀ ਆਗੂ ਉਹਦਾ ਸਤਿਕਾਰ ਕਰਦਾ ਹੈ, ਉਸ ਨਾਲ ਜਾ ਕੇ ਅਸੀਂ ਮਿਲ ਸਕਦੇ ਹਾਂ। ਮੈਂ ਕਿਹਾ ਕਿ ਉੱਥੇ ਜਾ ਕੇ ਆਪਾਂ ਮਿਲਾਂਗੇ ਅਤੇ ਆਪਣੀਆਂ ਸਾਂਝਾਂ ਅਤੇ ਲੋੜਾਂ ਵੀ ਪਛਾਣਾਂਗੇ। ਜਿੰਨਾ ਹੋ ਸਕੇ ਇੱਕ ਦੂਜੇ ਦਾ ਸਾਥ ਵੀ ਦੇਵਾਂਗੇ। ਪਰ ਸਮੇਂ ਦਾ ਰੰਗ ਵੇਖੋ ਕਿ ਇਹ 1991 ਦੀ ਗੱਲ ਹੈ ਤੇ ਹੁਣ 2022 ਹੈ। ਸਾਡੇ ਹਥਿਆਰਬੰਦ ਸੰਘਰਸ਼ਾਂ ਨੇ ਕੀ ਕੁਝ ਹੰਢਾ ਲਿਆ ਹੈ, ਪਰ ਸਾਡੇ ਦੁਸ਼ਮਣ ਖਿਲਾਫ ਅਸੀਂ ਇਕੱਠੇ ਹੋ ਕੇ ਹਾਲੇ ਤੱਕ ਕੋਈ ਵੀ ਰਣਨੀਤੀ ਨਹੀਂ ਬਣਾ ਸਕੇ। ਉਹਦੇ ਕਹਿਣ ਮੁਤਾਬਕ ਉਸ ਵੇਲੇ ਨਕਸਲੀਆਂ ਕੋਲ ਹਥਿਆਰਾਂ ਦੀ ਬਹੁਤ ਕਮੀ ਸੀ। ਉਹਨਾਂ ਕੋਲ ਅਮੀਰ ਲੋਕਾਂ ਜਾਂ ਪੁਲਿਸ ਤੋਂ ਖੋਏ ਹੋਏ ਹਥਿਆਰ ਹੀ ਸਨ, ਜਾਂ ਫਿਰ ਦੇਸੀ ਤਰੀਕੇ ਨਾਲ ਬਣਾਏ ਹੋਏ। ਬਾਰੂਦ ਅਤੇ ਨਵੇਂ ਹਥਿਆਰਾਂ ਦੀ ਉਹਨਾਂ ਨੂੰ ਬਹੁਤ ਜ਼ਰੂਰਤ ਸੀ। ਇਸ ਕਰਕੇ ਮੈਂ ਯੂਪੀ ਵਿੱਚ ਸਿੰਘਾਂ ਕੋਲ ਗਿਆ, ਪਰ ਉਹਨਾਂ ਕੋਲ ਵੀ ਵਾਧੂ ਹਥਿਆਰ ਨਹੀਂ ਸਨ। ਫਿਰ ਉਹਨਾਂ ਨਾਲ ਹੀ ਕਾਫੀ ਚਿਰ ਰਿਹਾ। ਯੂਪੀ ਵਿੱਚ ਦਲਿਤ ਅਤੇ ਗਰੀਬ ਲੋਕਾਂ ਨੂੰ ਸੰਘਰਸ਼ ਨਾਲ ਜੋੜਨ ਦੀ ਕਾਫੀ ਕੋਸ਼ਿਸ਼ ਕੀਤੀ। ਕੁਝ ਕਾਮਯਾਬੀ ਵੀ ਮਿਲੀ, ਪਰ ਇਹ ਵੇਖ ਕੇ ਦੋਵਾਂ ਸੰਘਰਸ਼ਾਂ ਦੀ ਸਾਂਝੀ ਲੋੜ ਹਥਿਆਰ ਹਨ। ਇਸ ਕਰਕੇ ਇਹ ਨਕਸਲੀ ਬੰਦੇ ਨੂੰ ਨਾਲ ਲੈ ਕੇ ਇੱਧਰ ਆਇਆ ਹਾਂ। ਨਕਸਲੀ ਬੰਦਾ ਪੰਜਾਬ ਜਾਂ ਰਾਜਸਥਾਨ ਰਾਹੀਂ ਪਾਕਿਸਤਾਨ ਜਾਣ ਤੋਂ ਝਿਜਕਦਾ ਸੀ ਅਤੇ ਮੈਂ ਕੱਛ ਗੁਜਰਾਤ ਦਾ ਇਲਾਕਾ ਜਾਣਦਾ ਸੀ, ਇਸ ਕਰਕੇ ਇਸ ਰਸਤੇ ਆਏ ਹਾਂ। ਗੁਜਰਾਤ ਰਾਹੀਂ ਜੋ ਸਮਾਨ ਪੰਜਾਬ ਲਈ ਆਇਆ, ਉਹ ਇਸ ਬਾਬੇ ਦੀ ਪਹਿਲ ਕਦਮੀ ਕਰਕੇ ਹੀ ਆਇਆ ਸੀ। ਇਹ ਬਾਬੇ ਦੀ ਖਾਸੀਅਤ ਸੀ ਕਿ ਉਹ ਜਿਸ ਇਲਾਕੇ ਵਿੱਚ ਜਾਂਦਾ ਸੀ, ਉਹੋ ਜਿਹੀ ਬੋਲਚਾਲ ਅਤੇ ਸਲੀਕਾ ਅਪਣਾ ਲੈਂਦਾ ਸੀ। ਉਸ ਵਿੱਚ ਬਹੁਤ ਆਤਮ ਵਿਸ਼ਵਾਸ ਅਤੇ ਠਰਮਾ ਸੀ। ਉਹ ਸਾਡੇ ਨਾਲ ਕੋਈ 8-10 ਮਹੀਨੇ ਰਿਹਾ। ਜਦੋਂ ਮੈਂ ਇੱਧਰ ਆਉਣਾ ਸੀ ਤਾਂ ਉਹਨੂੰ ਨਾਲ ਲੈ ਕੇ ਉਹੀ ਕੱਛ ਦੇ ਰਸਤੇ ਆਇਆ। ਇਹ ਸਫ਼ਰ ਦੀ ਇੱਕ ਅਲੱਗਾ ਕਹਾਣੀ ਹੈ। ਜਦੋਂ ਅਸੀਂ ਕੱਛ ਦੇ ਰਸਤੇ ਇੱਧਰ ਆਏ ਤਾਂ ਸਾਡੇ ਨਾਲ ਉੱਥੋਂ ਦੇ 2 ਬੜੇ ਤਜਰਬੇਕਾਰ ਅਤੇ ਦਲੇਰ ਭੰਦਾਊ ਸਨ। 2 ਊਠਾਂ ਸਮੇਤ ਉਹ ਵੀ ਸਾਡੇ ਨਾਲ ਆਏ। ਊਠਾਂ ਉੱਤੇ ਪਾਣੀ ਦੀਆਂ ਮਸ਼ਕਾਂ ਅਤੇ ਹਥਿਆਰ ਸਨ। ਕਿਸੇ ਕਾਰਨ ਅਸੀਂ ਰਸਤਾ ਖੁੰਝ ਗਏ ਅਤੇ ਸਾਡਾ ਪਾਣੀ ਵੀ ਮੁੱਕ ਗਿਆ। ਬਾਗੀ ਜਾਂ ਤਸਕਰ ਲੋਕੀ ਇਹ ਰਸਤਾ ਨਹੀਂ ਚੁਣਦੇ ਸਨ, ਕਿਉਂਕਿ ਦੋਵਾਂ ਗੱਲਾਂ ਦਾ ਹੀ ਡਰ ਰਹਿੰਦਾ ਹੈ। ਸਾਡਾ ਸਫ਼ਰ ਇੱਕ ਰਾਤ ਦਾ ਸੀ, ਪਰ ਰਸਤਾ ਖੁੰਝਣ ਨਾਲ 1 ਦਿਨ ਅਤੇ 2 ਰਾਤਾਂ ਵਿੱਚ ਵੀ ਬਹੁਤ ਮੁਸ਼ਕਲ ਨਾਲ ਪੂਰਾ ਹੋਇਆ। ਪਿਆਸ ਨਾਲ ਅਸੀਂ ਮਰਨ ਕਿਨਾਰੇ ਪਹੁੰਚ ਗਏ ਸਾਂ। ਬਾਬਾ ਘੰਟਿਆਂ ਬੱਧੀ ਕਈ ਦਿਨ ਲਗਾਤਾਰ ਤੁਰ ਸਕਦਾ ਸੀ। ਇਹ ਗੁਣ ਉਹਨੇ ਜੰਗਲਾਂ ਵਿੱਚ ਨਕਸਲੀਆਂ ਨਾਲ ਰਹਿ ਕੇ ਸਿੱਖਿਆ ਸੀ, ਪਰ ਮੈਨੂੰ ਅਜਿਹੇ ਹਾਲਾਤ ਦਾ ਕੋਈ ਤਜਰਬਾ ਨਹੀਂ ਸੀ। ਭੰਦਾਊ ਅਤੇ ਬਾਬਾ ਇਹ ਹਾਲਾਤ ਦੇ ਤਜਰਬੇਕਾਰ ਸਨ। ਸ਼ਾਇਦ ਇਸ ਕਰਕੇ ਹੀ ਅਸੀਂ ਭਟਕਣ ਮਗਰੋਂ ਵੀ ਮੰਜ਼ਿਲ ਉੱਤੇ ਪਹੁੰਚ ਗਏ। ਬਾਬਾ ਪਿਆਰਾ ਸਿੰਘ ਦੇ ਇਰਾਦੇ ਅਤੇ ਤਜਰਬੇ ਕਾਰਨ ਅਸੀਂ ਹਥਿਆਰਾਂ ਲਈ ਨਵਾਂ ਰਾਹ ਲੱਭ ਲਿਆ। ਬਾਅਦ ਵਿੱਚ ਕਾਫੀ ਸਮਾਨ ਇੱਧਰ ਦੀ ਵੀ ਆਇਆ। ਜਦ ਤੱਕ ਅਸੀਂ ਆਪਣੇ ਟਿਕਾਣੇ ਪਹੁੰਚ ਕੇ ਆਪਣੇ ਸਿੰਘਾਂ ਨੂੰ ਨਹੀਂ ਮਿਲੇ, ਤਦ ਤੱਕ ਬਾਬਾ ਪਰਛਾਵੇਂ ਵਾਂਗ ਮੇਰੇ ਨਾਲ ਰਿਹਾ। ਜਦੋਂ ਮੈਂ ਪੰਜਾਬ ਆ ਗਿਆ ਤਾਂ ਉਹ ਕਈ ਦਿਨ ਲਾਲ ਸਿੰਘ, ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਸਿੰਘਾਂ ਨਾਲ ਰਿਹਾ। ਬਾਅਦ ਵਿੱਚ ਆਪਣੇ ਕਿਸੇ ਟਿਕਾਣੇ ਉੱਤੇ ਚਲਾ ਗਿਆ। ਉਸ ਤੋਂ ਬਾਅਦ ਸਾਨੂੰ ਕਿਸੇ ਨੂੰ ਨਹੀਂ ਮਿਲਿਆ। ਕੁਝ ਸਮੇਂ ਬਾਅਦ ਸਰਕਾਰ ਨੂੰ ਇਹ ਰਸਤੇ ਦਾ ਵੀ ਪਤਾ ਲੱਗ ਗਿਆ। ਕੁਝ ਬੰਦੇ ਅਤੇ ਅਸਲਾ ਵੀ ਫੜਿਆ ਗਿਆ। ਇਸ ਕਰਕੇ ਸਾਡਾ ਉੱਥੇ ਵੀ ਰਾਬਤਾ ਟੁੱਟ ਗਿਆ। ਹੋ ਸਕਦਾ ਹੈ ਉਹ ਇਸੇ ਤਰ੍ਹਾਂ ਇਹਨਾਂ ਰਸਤਿਆਂ 'ਤੇ ਚੱਲਦਾ ਗੁਰੂ ਨੂੰ ਪਿਆਰਾ ਹੋ ਗਿਆ ਹੋਵੇ, ਜਾਂ ਉਹ ਕਿਤੇ ਇਕੱਲਾ ਬੈਠਾ ਹੋਵੇ ਤੇ ਹਾਲੇ ਵੀ ਨਕਸਲੀਆਂ ਜਾਂ ਕਿਸੇ ਹੋਰ ਧਿਰ ਨਾਲ ਰਲ ਕੇ ਵਿਪਰ ਸੰਸਕਾਰ ਖਿਲਾਫ ਲੜ ਰਿਹਾ ਹੋਵੇ। ਲਤਾੜਿਆਂ ਅਤੇ ਗਰੀਬਾਂ ਦਾ ਸਾਥ ਦੇਣਾ ਉਹਦੀ ਖੂਬੀ ਸੀ ਅਤੇ ਜ਼ਿੰਦਗੀ ਵੀ। ਪਰਮਾਤਮਾ ਕਰੇ ਉਹ ਇਸੇ ਹਾਲ ਵਿੱਚ ਹੋਵੇ, ਕਿਉਂਕਿ ਇਹ ਉਹਦੀ ਰੂਹ ਦੇ ਨੇੜੇ ਦਾ ਅਮਲ ਸੀ। ਬੀਬੀ ਸਿਮਰਜੀਤ ਕੌਰ।
ਬੀਬੀ ਸਿਮਰਜੀਤ ਕੌਰ ਦਾ ਸਹੁਰਾ ਪਿੰਡ ਕਾਲੇ ਬੱਕਰੇ ਕੋਲ ਨਿਜ਼ਾਮਦੀਪੁਰ ਸੀ। ਪੇਕਿਓਂ ਇਹ ਜਥੇਦਾਰ ਸਰੂਪ ਸਿੰਘ ਬਿਸਰਾਮਪੁਰ ਕਰਤਾਰਪੁਰ ਦੇ ਭੈਣ ਜੀ ਸਨ। ਪੇਕੇ ਸਹੁਰੇ ਦੋਵੇਂ ਹੀ ਬੜੇ ਪੰਥਕ ਪਰਿਵਾਰ ਸਨ। ਟਕਸਾਲ ਅਤੇ ਕਮਾਂਡੋ ਫੋਰਸ ਦੀਆਂ ਪੱਕੀਆਂ ਠਾਰਾਂ ਸਨ। ਪੰਥਕ ਕਮੇਟੀ ਅਤੇ ਫੈਡਰੇਸ਼ਨ ਦੇ ਸਿੰਘ ਵੀ ਇਹਨਾਂ ਕੋਲ ਆਉਂਦੇ ਜਾਂਦੇ ਸਨ। ਦੋਹਾਂ ਪਰਿਵਾਰਾਂ ਉੱਤੇ ਬਹੁਤ ਵਾਰ ਤਸ਼ੱਦਦ ਵੀ ਹੋ ਚੁੱਕਿਆ ਸੀ ਤੇ ਜੇਲ੍ਹਾਂ ਵਿੱਚ ਵੀ ਰਹੇ ਸਨ। ਦੋਹਾਂ ਪਰਿਵਾਰਾਂ ਉੱਤੇ ਮੁਕੱਦਮੇ ਪੈ ਗਏ ਤੇ ਬੀਬੀ ਜੀ ਨੂੰ ਭਗੌੜਾ ਹੋਣਾ ਪੈ ਗਿਆ। ਇਹ ਸਾਰੇ ਸਿੰਘਾਂ ਦੇ ਵਿਸ਼ਵਾਸ ਪਾਤਰ ਸਨ ਅਤੇ ਉਹਨਾਂ ਦੇ ਦਰਮਿਆਨ ਸੰਪਰਕ ਦਾ ਕੰਮ ਵੀ ਕਰਦੇ ਸੀ ਅਤੇ ਸਾਡੇ ਲਈ ਠਾਰ ਵੀ ਬਣਾਉਂਦੇ ਸੀ। ਇੱਕ ਵਾਰ ਸਾਡਾ ਜਨਰਲ ਲਾਭ ਸਿੰਘ ਨਾਲ, ਇੱਕ ਵਾਰ ਬਾਬਾ ਅਜੀਤ ਸਿੰਘ ਧੰਨਾ ਸਿੰਘ ਹੋਰਾਂ ਨਾਲ ਸੰਪਰਕ ਟੁੱਟ ਗਿਆ ਤਾਂ ਦੋਵੇਂ ਵਾਰ ਇਹਨਾਂ ਨੇ ਸਾਨੂੰ ਦੁਬਾਰਾ ਸੰਪਰਕ ਵਿੱਚ ਲੈ ਆਂਦਾ। ਇਹ ਬਹੁਤ ਦਲੇਰ ਅਤੇ ਸਾਰਿਆਂ ਦਾ ਖਿਆਲ ਰੱਖਣ ਵਾਲੇ ਸਨ। ਸਾਰਾ ਖਤਰਾ ਆਪਣੇ ਉੱਤੇ ਲੈ ਲੈਣਾ ਅਤੇ ਖਤਰਨਾਕ ਤੋਂ ਖਤਰਨਾਕ ਸਥਿਤੀ ਵਿੱਚ ਵੀ ਅਡੋਲ ਰਹਿਣਾ ਇਹਨਾਂ ਦਾ ਬੜਾ ਵੱਡਾ ਗੁਣ ਸੀ। ਇੱਕ ਵਾਰ ਮੈਂ ਧੰਨਾ ਸਿੰਘ ਅਤੇ ਬਾਬਾ ਅਜੀਤ ਸਿੰਘ ਹੋਰਾਂ ਨੂੰ ਗੜਦੀਵਾਲ ਕੋਲ ਮਿਲਣ ਗਿਆ। ਮਿਲਣ ਤੋਂ ਬਾਅਦ ਉਹ ਤਾਂ ਰਾਤ ਨੂੰ ਚਲੇ ਗਏ, ਪਰ ਉਸ ਪਿੰਡ ਨੂੰ ਘੇਰਾ ਪੈਣਾ ਸ਼ੁਰੂ ਹੋ ਗਿਆ। ਮੈਨੂੰ ਉਸ ਇਲਾਕੇ ਦਾ ਕੋਈ ਭੇਤ ਨਹੀਂ ਸੀ ਅਤੇ ਮੈਨੂੰ ਉੱਥੇ ਕੋਈ ਜਾਣਦਾ ਵੀ ਨਹੀਂ ਸੀ। ਭੈਣ ਜੀ ਨੇ ਮੈਨੂੰ ਰਾਤ 12 ਕੁ ਵਜੇ ਜਗਾਇਆ ਅਤੇ ਦੱਸਿਆ ਕਿ ਘੇਰਾ ਪੈਣਾ ਸ਼ੁਰੂ ਹੋ ਗਿਆ ਹੈ, ਆਪਾਂ ਇੱਕਦਮ ਨਿਕਲੀਏ। ਗਰਮੀਆਂ ਦੇ ਦਿਨ ਸਨ। ਮੈਂ ਉਸੇ ਤਰ੍ਹਾਂ ਪੈਂਟ ਕਮੀਜ਼ ਪਾਈ ਤੇ ਦਸਤਾਰ ਲੈ ਕੇ ਨਾਲ ਤੁਰ ਪਿਆ। ਭੈਣ ਜੀ ਨੇ ਮੈਨੂੰ ਪਿਸਤੌਲ ਦਿੱਤਾ ਅਤੇ ਠਾਰ ਵਾਲਿਆਂ ਤੋਂ ਇੱਕ ਸਾਈਕਲ ਲੈ ਲਿਆ। ਹਾਲੇ ਪੁਲਿਸ ਨੇ ਪੱਕੀਆਂ ਸੜਕਾਂ ਘੇਰੀਆਂ ਸਨ। ਉਹ ਮੈਨੂੰ ਇੱਕ ਕੱਚੇ ਪਹੇ ਰਾਹੀਂ ਸਾਈਕਲ ਉੱਤੇ ਬਿਠਾ ਕੇ ਸਹੀ ਸਲਾਮਤ ਕੱਢ ਕੇ ਲੈ ਗਏ। 5-6 ਕਿਲੋਮੀਟਰ ਅੱਗੇ ਜਾ ਕੇ ਇੱਕ ਹੋਰ ਠਹਿਰ ਉੱਤੇ ਜਾ ਕੇ ਰਾਤ ਕੱਟੀ। ਮੈਂ ਸਵੇਰੇ ਬੱਸ ਚੜ੍ਹ ਕੇ ਆਪਣੇ ਟਿਕਾਣੇ 'ਤੇ ਆ ਗਿਆ। ਜੇ ਉਸ ਵਕਤ ਅਸੀਂ ਨਾ ਨਿਕਲਦੇ ਤਾਂ ਘੇਰੇ ਵਿੱਚ ਆ ਜਾਣਾ ਸੀ। ਸਵਰਨੇ ਘੋਟਣੇ ਦੇ ਇੱਕ ਕੈਟ ਨੇ ਬੀਬੀ ਜੀ ਅਤੇ ਉਹਨਾਂ ਦੇ ਪਤੀ ਨੂੰ ਫੜ ਲਿਆ। ਪਤੀ ਨੂੰ ਤਾਂ ਉਹ ਦਿਨੇ ਹੀ ਪਿੰਡ ਦੇ ਅੱਡੇ ਕੋਲ ਮਾਰ ਕੇ ਸੁੱਟ ਗਏ, ਪਰ ਬੀਬੀ ਜੀ ਨੂੰ ਉਹਨਾਂ ਨੇ ਟਾਂਡੇ ਨੇੜੇ ਕਿਸੇ ਬਾਗ ਵਿੱਚ ਲਿਜਾ ਕੇ ਅਤ ਦਰਜੇ ਦਾ ਤਸ਼ੱਦਦ ਕੀਤਾ। ਪਰ ਭੈਣ ਜੀ ਅਡੋਲ ਰਹੇ ਅਤੇ ਉਹਨਾਂ ਨੇ ਜੰਗ ਦਾ ਕੋਈ ਭੇਦ ਵੀ ਨਹੀਂ ਦਿੱਤਾ। ਜ਼ਾਲਮਾਂ ਨੇ ਉਹਨਾਂ ਦੇ ਸਰੀਰ ਦਾ ਰੇਜ਼ਾ ਕਰ ਦਿੱਤਾ, ਪਰ ਉਹਨਾਂ ਤੋਂ ਕੋਈ ਭੇਦ ਨਾ ਲੈ ਸਕੇ। ਉਸ ਵਕਤ ਉਹ ਸਾਡੀਆਂ ਕਾਫੀ ਠਾਰਾਂ ਬਾਰੇ ਜਾਣਦੇ ਸੀ। ਕਿਸੇ ਜੰਗਜੂ ਦੇ ਫੜੇ ਜਾਣ ਉੱਤੇ ਉਹਦੀ ਇਹੋ ਆਖਰੀ ਪਰਖ ਹੁੰਦੀ ਹੈ ਕਿ ਉਹ ਆਪਣੇ ਜੰਗਜੂ ਸਾਥੀਆਂ ਦੀ ਜਾਨ ਬਚਾਉਂਦਾ ਹੈ ਜਾਂ ਆਪਣੀ। ਭੈਣ ਜੀ ਨੇ ਆਪਣੀ ਜਾਨ ਸੰਘਰਸ਼ ਦੇ ਲੇਖੇ ਲਾ ਦਿੱਤੀ। ਤੂਫਾਨ ਅਤੇ ਛੋਟਾ ਤੂਫਾਨ। ਲੁਧਿਆਣੇ ਦੇ ਕਾਰਖਾਨਿਆਂ ਵਾਲੇ ਇਲਾਕੇ ਵਿੱਚ ਫੈਡਰੇਸ਼ਨ ਆਗੂ ਕੁਲਵੰਤ ਸਿੰਘ ਖੁਖਰਾਣਾ ਦੀ ਠਾਰ ਸੀ। ਉਹ ਆਪਣੀ ਪਤਨੀ ਅਤੇ ਛੋਟੇ ਬੱਚਿਆਂ ਸਮੇਤ ਇੱਥੇ ਰਹਿੰਦੇ ਸਨ। ਸੰਘਣੀ ਆਬਾਦੀ ਅਤੇ ਕੰਮਕਾਜੀ ਲੋਕਾਂ ਦਾ ਇਲਾਕਾ ਹੋਣ ਕਰਕੇ ਕੋਈ ਸ਼ੱਕ ਨਹੀਂ ਕਰਦਾ ਸੀ। ਗੁਰਜੰਟ ਸਿੰਘ ਅਤੇ ਮੈਂ ਇੱਥੇ ਆਇਆ ਕਰਦੇ ਸਾਂ। ਮੈਂ ਉਹਦੇ ਦੋਸਤ ਵਜੋਂ ਅਤੇ ਗੁਰਜੰਟ ਸਿੰਘ ਕੁਲਵੰਤ ਸਿੰਘ ਖੁਖਰਾਣਾ ਦੇ ਸਾਲੇ ਵਜੋਂ ਇੱਥੇ ਰਹਿੰਦੇ ਸਾਂ। ਕੁਝ ਦਿਨ ਪਹਿਲਾਂ ਗੁਰਜੰਟ ਸਿੰਘ ਗੁਰਦਾਸਪੁਰ ਵਿੱਚ ਜੁਗਰਾਜ ਸਿੰਘ ਤੂਫਾਨ ਅਤੇ ਹੋਰ ਜਥੇਬੰਦੀਆਂ ਦੇ ਸਿੰਘਾਂ ਨੂੰ ਮਿਲ ਕੇ ਆਇਆ ਸੀ। ਮੈਂ ਰਾਤ ਨੂੰ ਉੱਥੇ ਪਹੁੰਚਿਆ ਤਾਂ ਪ੍ਰਸ਼ਾਦੇ ਪਾਣੀ ਤੋਂ ਬਾਅਦ ਗੁਰਜੰਟ ਸਿੰਘ ਨੇ ਇੱਕ ਸਿੰਘ ਜੋ ਉਮਰ ਵਿੱਚ ਹਾਲੇ ਗਬਰੇਟ ਹੀ ਸੀ, ਉਹਦੇ ਬਾਰੇ ਬੜੇ ਜੋਸ਼ ਨਾਲ ਗੱਲਾਂ ਸੁਣਾਈਆਂ। ਜਥੇਦਾਰ ਗੁਰਜੰਟ ਸਿੰਘ ਉਹ ਭੁਜੰਗੀ ਨੂੰ ਜਮਾਂਦਰੂ ਕਮਾਂਡੋ ਅਤੇ ਕਈ ਵਾਰ ਅੱਗ ਦੀ ਨਾਲ ਵਰਗੇ ਵਿਸ਼ੇਸ਼ਣਾਂ ਨਾਲ ਯਾਦ ਕਰਦਾ ਸੀ। ਸਾਲ ਕੁ ਬਾਅਦ ਉਸੇ ਥਾਂ 'ਤੇ ਹੀ ਉਹਦੇ ਬਾਰੇ ਬੜੇ ਦੁੱਖ ਨਾਲ ਦੱਸਿਆ ਕਿ ਉਹ ਛੋਟੂ ਫੌਜ ਨਾਲ ਇੱਕ ਮੁਕਾਬਲੇ ਵਿੱਚ ਚੜ੍ਹਾਈ ਕਰ ਗਿਆ। ਇਹ ਗੱਲਾਂ ਕਰਕੇ ਇੱਕ ਭਾਰੇ ਮਾਹੌਲ ਵਿੱਚ ਅਸੀਂ ਸੌਂ ਗਏ। ਸਾਨੂੰ ਇਸ ਤਰ੍ਹਾਂ ਦੇ ਮੌਕੇ ਕਈ ਵਾਰ ਦੇਖਣੇ ਪਏ ਸਨ। ਉਹ ਭੁਜੰਗੀ ਦਾ ਪੱਕਾ ਨਾਂ ਜਥੇਦਾਰ ਗੁਰਜੰਟ ਸਿੰਘ ਨੇ ਨਹੀਂ ਦੱਸਿਆ। ਸ਼ਾਇਦ ਉਹਨੂੰ ਵੀ ਪਤਾ ਨਹੀਂ ਸੀ। ਨਾ ਹੀ ਉਦੋਂ ਕਿਤੇ ਉਹਦੇ ਬਾਰੇ ਜਾਣ ਸਕੇ ਅਤੇ ਨਾ ਹੀ ਉਹ ਦਿਨ ਤੋਂ ਬਾਅਦ ਕਿਤੋਂ ਉਹਦੇ ਬਾਰੇ ਸੁਣਨ ਪੜ੍ਹਨ ਨੂੰ ਮਿਲਿਆ। ਉਹਦੀ ਜ਼ਿੰਦਗੀ ਦੇ ਬਹਾਦਰੀ ਵਾਲੇ ਵਾਕਿਆਤ ਹੋਰ ਕਿਤੇ ਵੀ ਸੁਣਨ ਨੂੰ ਨਹੀਂ ਮਿਲੇ, ਜਿਨ੍ਹਾਂ ਦੀ ਗੁਰਜੰਟ ਸਿੰਘ ਵਰਗਾ ਜਰਨੈਲ ਵੀ ਪ੍ਰਸ਼ੰਸਾ ਕਰਦਾ ਸੀ। ਉਹਦਾ ਨਾਮ ਇਤਿਹਾਸ ਦੇ ਬੇਨਾਮ ਸ਼ਹੀਦਾਂ ਵਿੱਚ ਦਰਜ ਹੋ ਗਿਆ। ਬੜੇ ਚਿਰ ਬਾਅਦ ਉਹਨੂੰ ਯਾਦ ਕਰਕੇ ਮਨ ਫਿਰ ਉਸੇ ਤਰ੍ਹਾਂ ਮਹਿਸੂਸ ਕਰਦਾ ਹੈ ਜਿਸ ਤਰ੍ਹਾਂ ਉਹਦੇ ਚੜ੍ਹਾਈ ਕਰ ਜਾਣ ਬਾਰੇ ਪਹਿਲੀ ਵਾਰ ਸੁਣ ਕੇ ਲੱਗਿਆ ਸੀ। ਕਿੰਨੀ ਛੋਟੀ ਜ਼ਿੰਦਗੀ ਵੀ ਕਿੰਨੀ ਕਮਾਲ ਹੋ ਸਕਦੀ ਹੈ, ਧਰਮ ਦੇ ਰਾਹਾਂ 'ਤੇ ਬੇਨਾਮ ਰੂਪ ਵਿੱਚ ਵੀ। ਉਹ ਸਿੰਘ ਨੂੰ ਇਸੇ ਰੂਪ ਵਿੱਚ ਹੀ ਯਾਦ ਕੀਤਾ ਜਾ ਸਕਦਾ ਹੈ। ਜੁਗਰਾਜ ਸਿੰਘ ਤੂਫਾਨ ਵੀ ਚੜ੍ਹਦੀ ਉਮਰੇ
ਸੰਘਰਸ਼ ਵਿੱਚ ਆਇਆ ਅਤੇ ਤੂਫਾਨ ਦੀ ਤੇਜ਼ੀ ਵਾਂਗ ਆਲੇ ਦੁਆਲੇ ਦੇ ਲੋਕਾਂ ਵਿੱਚ ਹਰਮਨ ਪਿਆਰਾ ਹੋ ਗਿਆ। ਜਿੰਨਾ ਚਿਰ ਉਹ ਜੀਵਿਆ ਉਹਦੀ ਜ਼ਿੰਦਗੀ ਹੀ ਤੂਫਾਨ ਵਾਂਗ ਰਹੀ। ਇਹ ਤੇਜ਼ੀ ਵਾਲਾ ਜੀਵਨ ਬਹੁਤਾ ਲੰਬਾ ਨਹੀਂ ਹੁੰਦਾ। ਪੰਥ ਵਿੱਚ ਵੀ ਉਹਦੇ ਇਖਲਾਕ ਅਤੇ ਕੰਮਾਂ ਦੀ ਚੜ੍ਹਾਈ ਤੂਫਾਨ ਵਾਂਗ ਸੀ। ਉਹ ਦੁਸ਼ਮਣਾਂ ਲਈ ਮੌਤ ਦਾ ਭੈ ਸੀ। ਉਸ ਰੂਹ ਨੂੰ ਧੁਰੋਂ ਹੀ ਬਖਸ਼ਿਸ਼ਾਂ ਹੋਈਆਂ ਸਨ, ਨਹੀਂ ਤੇ ਇੰਨੀ ਛੋਟੀ ਉਮਰ ਵਿੱਚ ਇੰਨੀ ਛੇਤੀ ਦੁਸ਼ਮਣਾਂ ਦੋਸਤਾਂ ਵਿੱਚ ਕਿਸੇ ਦਾ ਇਕਬਾਲ ਇੰਨਾ ਬੁਲੰਦ ਨਹੀਂ ਹੋ ਸਕਦਾ। ਉਹਦੇ ਜਥੇ ਵਿੱਚ ਬਾਕੀ ਸਿੰਘ ਵੀ ਇਸੇ ਬਣਤਰ ਅਤੇ ਮਜਾਜ ਦੇ ਬਣੇ ਹੋਏ ਸਨ। ਉਹ ਮੁੱਛ-ਫੁੱਟ ਉਮਰ ਦੇ ਪਤਲੇ ਅਕਹਿਰੇ ਸਰੀਰ ਅਤੇ ਚਮਕਦੀਆਂ ਅੱਖਾਂ ਵਾਲੇ ਸਿੰਘ ਇਸ ਤਰ੍ਹਾਂ ਹੀ ਜੰਗ ਵਿੱਚ ਆਏ, ਜੀਵੇ ਅਤੇ ਚੜ੍ਹਾਈ ਕਰ ਗਏ। ਅੱਜ ਵੀ ਕੋਈ ਉਹਨਾਂ ਨੂੰ ਸਤਿਕਾਰ ਤੋਂ ਬਿਨਾਂ ਯਾਦ ਨਹੀਂ ਕਰਦਾ। ਉਸ ਬਾਰੇ ਕਿਸੇ ਪਾਸਿਓਂ ਕੋਈ ਉਲਾਂਭਾ ਨਾ ਸੁਣਿਆ ਜੋ ਸੰਘਰਸ਼ਾਂ ਵਿੱਚ ਬੜੀ ਸੌਖੀ ਤਰ੍ਹਾਂ ਕਿਸੇ ਦੇ ਨਾਮ ਨਾਲ ਵੀ ਜੁੜ ਜਾਇਆ ਕਰਦਾ ਹੈ। ਉਹਨਾਂ ਦੀ ਸਾਦਗੀ ਅਤੇ ਬੱਚਿਆਂ ਵਰਗੀ ਨਿਰਛਲਤਾ ਉਹਨਾਂ ਦੀ ਚੜ੍ਹਤਲ ਦਾ ਰਾਜ ਸੀ। ਕਈ ਵਾਰ ਕਿਸੇ ਜਥੇਦਾਰ ਦਾ ਕਿਰਦਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਸਾਰਾ ਜਥਾ ਹੀ ਉਹਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਪੰਥ ਨੇ ਉਹਨਾਂ ਨੂੰ ਉਸੇ ਰੰਗ ਵਿੱਚ ਆਪਣੇ ਪਿਆਰੇ ਬੱਚਿਆਂ ਵਾਂਗ ਸਦਾ ਲਈ ਯਾਦ ਵਿੱਚ ਸਾਂਭ ਲਿਆ ਹੈ। ਇਹ ਜਥੇ ਦੇ ਦੂਜੇ ਸਿੰਘਾਂ ਦੀ ਵੀ ਦੁਸ਼ਮਣਾਂ ਵਿੱਚ ਧਾਕ ਸੀ। ਇਹ ਜਥੇ ਦਾ ਅਹਿਮ ਪੱਖ ਇਹ ਸੀ ਕਿ ਉਹਨਾਂ ਦੀ ਬੰਦੂਕ ਦਾ ਮੂੰਹ ਸਦਾ ਹੀ ਦੁਸ਼ਮਣ ਵੱਲ ਰਿਹਾ। ਉਹਨਾਂ ਨੇ ਆਪਣੇ ਲੋਕਾਂ ਵੱਲ ਮੂੰਹ ਨਹੀਂ ਪੁਆਇਆ, ਚਾਹੇ ਉਹ ਗਦਾਰਾਂ ਅਤੇ ਵਿਰੋਧੀਆਂ ਵਜੋਂ ਅੜਿੱਕਾ ਕਿਉਂ ਨਾ ਬਣੇ ਹੋਣ। ਉਹਨਾਂ ਨੇ ਆਪਣੇ ਕਦਮਾਂ ਨੂੰ ਇਹ ਰਾਹ ਵੱਲ ਜਾਣ ਤੋਂ ਰੋਕੀ ਰੱਖਿਆ। ਉਹਨਾਂ ਦੇ ਇਲਾਕੇ ਵਿੱਚ ਜੋ ਗੱਲ ਮਿਸਾਲ ਬਣੀ ਉਹ ਸੀ ਕਿ ਉਸ ਵੇਲੇ ਹਿੰਦੂ ਲੋਕ ਪਿੰਡਾਂ ਵਿੱਚੋਂ ਸ਼ਹਿਰਾਂ ਵੱਲ ਜਾਣ ਲੱਗੇ ਸਨ, ਪਰ ਉਹਨਾਂ ਨੇ ਆਪਣੇ ਇਲਾਕੇ ਵਿੱਚ ਇਹ ਨੌਬਤ ਨਹੀਂ ਆਉਣ ਦਿੱਤੀ। ਇਹ ਵੱਡਾ ਕਾਰਨ ਸੀ ਜੁਗਰਾਜ ਸਿੰਘ ਤੂਫਾਨ ਦੇ ਭੋਗ 'ਤੇ ਸਮੁੱਚੇ ਪੰਜਾਬ ਵਿੱਚੋਂ ਲਾਮਿਸਾਲ ਇਕੱਠ ਸੀ। ਪਿੱਛੇ ਮੁੜ ਕੇ ਸੰਘਰਸ਼ ਉੱਤੇ ਨਜ਼ਰ ਮਾਰੀਏ ਤਾਂ ਜੁਗਰਾਜ ਸਿੰਘ ਤੂਫਾਨ ਦਾ ਕੰਮ ਕਰਨ ਦਾ ਤਰੀਕਾ, ਖਾਸ ਕਰਕੇ ਆਪਣੇ ਵਿਰੋਧੀਆਂ ਜੋ ਪੁਲਿਸ ਦੇ ਮੁਖਬਰ ਕਰਕੇ ਜਾਣੇ ਜਾਂਦੇ ਸਨ, ਉਹਨਾਂ ਨਾਲ ਵਰਤਾਓ ਵਧੇਰੇ ਠੀਕ ਜਾਪਦਾ ਹੈ। ਹੋਰ ਕਈ ਸਿਆਣੇ ਅਤੇ ਸੂਰਬੀਰ ਜਥੇਦਾਰ ਸਨ ਜਿਨ੍ਹਾਂ ਦੀ ਅਗਵਾਈ ਵਿੱਚ ਦੁਸ਼ਮਣਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਮਾਰੇ ਗਏ। ਇਨ੍ਹਾਂ ਕੰਮਾਂ ਦਾ ਬੁਰਾ ਅਸਰ ਵਧੇਰੇ ਪਿਆ। ਛੋਟੀ ਉਮਰੇ ਹੀ ਉਹ ਇਸ ਨਤੀਜੇ 'ਤੇ ਕਿਵੇਂ ਪਹੁੰਚਿਆ, ਇਹਦੇ ਬਾਰੇ ਦਲੀਲ ਵਜੋਂ ਕੁਝ ਵੀ ਨਹੀਂ ਕਿਹਾ ਜਾ ਸਕਦਾ ਸਿਵਾਏ ਗੁਰੂ ਦੀ ਮਿਹਰ ਦੇ। ਇਹ ਯੋਧੇ ਦੇ ਦਰਸ਼ਨ ਕਰਨ ਦਾ ਮੌਕਾ ਇੱਕੋ ਵਾਰ ਮਿਲਿਆ ਜਦੋਂ ਮੈਂ ਨਿਰਮਲ ਸਿੰਘ ਮੀਆਂਵਿੰਡ KCF ਅਤੇ ਕੰਵਰਜੀਤ ਸਿੰਘ ਸੁਲਤਾਨਵਿੰਡ ਨੂੰ ਖਲਚੀਆਂ ਕਿਸੇ ਹਸਪਤਾਲ ਵਿੱਚ ਮਿਲਣ ਗਿਆ ਸਾਂ। ਉੱਥੇ ਨਿਰਮਲ ਸਿੰਘ ਦੀ ਸਿੰਘਣੀ ਦਾਖਲ ਸੀ ਅਤੇ ਉਹਨਾਂ ਦੇ ਘਰ ਭੁਜੰਗੀ ਨੇ ਜਨਮ ਲਿਆ ਸੀ। ਉੱਥੇ ਹੀ ਗੁਰਜੰਟ ਸਿੰਘ ਨੇ ਜੁਗਰਾਜ ਸਿੰਘ ਨੂੰ ਮਿਲਣਾ ਸੀ। ਐਨ ਆਖਰੀ ਮੌਕੇ ਕਿਸੇ ਕਾਰਨ ਗੁਰਜੰਟ ਸਿੰਘ ਦਾ ਜਾਣਾ ਸੰਭਵ ਨਾ ਹੋਇਆ। ਇਸ ਕਰਕੇ ਇਹਨਾਂ ਸਿੰਘਾਂ ਨੂੰ ਮੈਂ ਹੀ ਮਿਲਣਾ ਸੀ ਅਤੇ ਜਥੇਦਾਰ ਦਾ ਸੁਨੇਹਾ ਦੇਣਾ ਸੀ। ਉਹਦੇ ਨਾਲ ਇੱਕ ਸਿੰਘ ਸੀ ਜੋ ਮੈਨੂੰ ਪਹਿਲਾਂ ਤੋਂ ਜਾਣਦਾ ਸੀ। ਉਹ ਦੋਵੇਂ ਮਿਲਣ ਆਏ। ਕੋਈ 2 ਘੰਟੇ ਉਹ ਸਾਡੇ ਕੋਲ ਰਹੇ। ਬਹੁਤ ਘੱਟ ਬੋਲੇ ਅਤੇ ਸਿਰਫ ਕੰਮ ਦੀਆਂ ਗੱਲਾਂ। ਸਾਰਾ ਸਮਾਂ ਉਹਨਾਂ ਅੱਖਾਂ ਨੀਵੀਆਂ ਹੀ ਰੱਖੀਆਂ। ਚਾਹ ਪੀਂਦਿਆਂ ਮੈਂ ਪੁੱਛਿਆ, ਤੁਸੀਂ ਠੀਕ ਠਾਕ ਹੋ? ਬੜੇ ਸਲੀਕੇ ਨਾਲ ਉੱਤਰ ਦਿੱਤਾ, ਬਿਲਕੁਲ ਚੜ੍ਹਦੀ ਕਲਾ। ਚੜ੍ਹਦੀ ਕਲਾ ਕਹਿੰਦਿਆਂ ਹੀ ਉਹਦੇ ਚਿਹਰੇ 'ਤੇ ਲਾਲੀ ਛਾ ਗਈ। ਚੜ੍ਹਦੀ ਕਲਾ ਉਹਦੀ ਜ਼ੁਬਾਨ ਤੋਂ ਹੀ ਨਹੀਂ ਸਗੋਂ ਉਹਦੇ ਰੋਮ ਰੋਮ ਵਿੱਚ ਨੁਮਾ ਹੋਈ। ਮੈਨੂੰ ਲੱਗਿਆ ਕਿ ਅਸੀਂ ਉਹਨਾਂ ਤੋਂ ਉਮਰ ਵਿੱਚ ਵੱਡੇ ਸਾਂ। ਉਹਨੇ ਸਤਿਕਾਰ ਪਿਆਰ ਵਜੋਂ ਹੀ ਨੀਵੀਂ ਪਾਈ ਰੱਖੀ। ਜੰਗ ਦੀ ਸ਼ਿੱਦਤ ਅਤੇ ਚਾਅ ਉਹਦੇ ਚਿਹਰੇ ਤੋਂ ਝਲਕਦਾ ਦਿਖਦਾ ਸੀ। ਉਹਦਾ ਸਾਰਾ ਜੀ ਜਿਸਮ ਜੰਗ ਨਾਲ ਇੱਕਮਿਕ ਸੀ। ਉਹ ਨੀਤੀਆਂ, ਪੈਂਤੜੇ, ਸਿਧਾਂਤ ਅਤੇ ਜਾਬਤਿਆਂ ਬਾਰੇ ਬੇਪਰਵਾਹ ਜਾਪਦਾ ਸੀ, ਪਰ ਉਹ ਅਜਿਹੇ ਸਹਿਜ ਵਿੱਚ ਜਿਉਂਦਾ ਪਿਆ ਸੀ ਜਿੱਥੇ ਸਭ ਕੁਝ ਆਪ ਮੁਹਾਰੇ ਬਿਨਾਂ ਕਿਸੇ ਉਚੇਚ ਦੇ ਫੁੱਟ ਨਿਕਲਦਾ ਸੀ। ਜਿਸ ਨੌਜਵਾਨ ਨੂੰ ਜਥੇਦਾਰ ਗੁਰਜੰਟ ਸਿੰਘ ਅੱਗ ਦੀ ਨਾਲ ਕਿਹਾ ਕਰਦਾ ਸੀ, ਉਹ ਇਸੇ ਜਥੇ ਦਾ ਹਿੱਸਾ ਸੀ। ਉਹ ਵੀ ਜੁਗਰਾਜ ਸਿੰਘ ਵਾਂਗ ਹੀ 16 ਕੁ ਸਾਲ ਦਾ ਸੀ। ਅਕਹਿਰਾ, ਗੋਰਾ ਨਸ਼ੋ ਰੰਗ ਅਤੇ ਅੱਖਾਂ ਵਿੱਚ ਉਹ ਜੰਗ ਵਾਲੀ ਚਮਕ ਸੀ। ਬਹੁਤ ਘੱਟ ਬੋਲਣਾ, ਨੀਵੀਂ ਪਾ ਕੇ ਰੱਖਣਾ ਅਤੇ ਗੁਰਮਤ ਦੇ ਅਸੂਲਾਂ 'ਤੇ ਪਹਿਰਾ। ਥੋੜ੍ਹਾ ਖਾਣ ਪੀਣ, ਸਖਤ ਕਸਰਤ ਅਤੇ ਖੁੱਲ੍ਹ ਕੇ ਹੱਸਣਾ ਉਹਨਾਂ ਸਾਰਿਆਂ ਦੇ ਸਾਂਝੇ ਲੱਛਣ ਸਨ। ਉਹਨਾਂ ਨੇ ਆਪਣੇ ਇਲਾਕੇ ਵਿੱਚ BSF, CRPF ਅਤੇ ਫੌਜ ਦੀਆਂ ਟੋਲੀਆਂ 'ਤੇ ਹਮਲੇ ਕੀਤੇ। ਉਹਨਾਂ ਕਈ ਪੁਲਿਸ ਚੌਂਕੀਆਂ ਨੂੰ ਵੀ ਫਤਿਹ ਕੀਤਾ। ਬਹੁਤ ਵਾਰ ਪੁਲਿਸ ਚੌਂਕੀਆਂ 'ਤੇ ਬਰੂਦ ਲਾਇਆ। ਉਸ ਵੇਲੇ ਸਰਕਾਰ ਨੇ ਪਿੰਡਾਂ ਵਿੱਚੋਂ ਸਾਬਕਾ ਫੌਜੀਆਂ ਅਤੇ ਪੜ੍ਹੇ ਲਿਖੇ ਜਵਾਨਾਂ ਨੂੰ ਭਰਤੀ ਕਰਨ ਦਾ ਕੰਮ ਸ਼ੁਰੂ ਕੀਤਾ ਸੀ ਕਿ ਕਿਸੇ ਤਰ੍ਹਾਂ ਸਿੰਘ ਆਪਣੇ ਲੋਕਾਂ ਨਾਲ ਹੀ ਲੜ ਮਰਨ। ਜੁਗਰਾਜ ਸਿੰਘ ਨੇ ਆਪਣੇ ਇਲਾਕੇ ਵਿੱਚ
ਸਰਕਾਰ ਦੀ ਇਹ ਨੀਤੀ ਨੂੰ ਸਿਰ ਭਾਰ ਖੜੀ ਕਰ ਦਿੱਤਾ। ਬਹੁਤ ਘੱਟ ਥਾਵਾਂ 'ਤੇ ਪੁਲਿਸ ਵਾਲਿਆਂ ਨੂੰ ਮਾਰਨਾ ਪਿਆ। ਜ਼ਿਆਦਾ ਥਾਵਾਂ 'ਤੇ ਉਹਨਾਂ ਨੇ ਘੇਰਾ ਪਾ ਕੇ ਬਿਨਾਂ ਗੋਲੀ ਚਲਾਏ ਹੀ ਹਥਿਆਰ ਸੁੱਟਵਾ ਲਏ। ਨਤੀਜੇ ਵਜੋਂ ਉੱਥੇ ਸਰਕਾਰ ਦੀ ਚਾਲ ਠੁੱਸ ਹੋ ਗਈ। ਭਾਵੇਂ ਬਾਅਦ ਵਿੱਚ ਸਰਕਾਰ ਨੇ ਨਵੇਂ ਤਰੀਕੇ ਨਾਲ ਇਹੋ ਨੀਤੀ ਫਿਰ ਲਾਗੂ ਕੀਤੀ। ਇਹ ਸਿੰਘ ਨੇ ਇੱਕ ਵਾਰ ਇਕੱਲਿਆਂ ਹੀ ਪੂਰੀ ਚੌਂਕੀ ਤੋਂ ਹਥਿਆਰ ਸੁੱਟਵਾ ਲਏ ਕਿ ਘੇਰਾ ਪੈ ਗਿਆ ਹੈ, ਆਪਣੀ ਜਾਨ ਬਚਾਉਣੀ ਹੈ ਤਾਂ ਹਥਿਆਰ ਸੁੱਟ ਕੇ ਬਾਹਰ ਆ ਜਾਓ। ਜਿੱਥੇ ਕਿਤੇ ਵੀ ਵਧੇਰੇ ਖਤਰਾ ਹੁੰਦਾ ਸੀ ਉੱਥੇ ਉਹ ਸਿੰਘ ਆਪ ਮੂਹਰੇ ਹੁੰਦਾ ਸੀ। ਉਹ ਅੱਠੋਂ ਪੈਰ ਹਥਿਆਰ ਬੰਦ ਰਹਿੰਦਾ ਸੀ। ਸੌਣ ਵੇਲੇ ਵੀ ਅਸਾਲਟ ਉਹਦੇ ਹਿੱਕ ਨਾਲ ਲੱਗੀ ਰਹਿੰਦੀ ਸੀ। ਉਹਦੇ ਕਮਰ ਕੱਸੇ ਵਿੱਚ ਜੋ ਜ਼ਰੂਰੀ ਸਮਾਨ ਹੁੰਦਾ ਸੀ ਉਸ ਵਿੱਚ ਮੈਗਜ਼ੀਨਾਂ ਵਾਲਾ ਝੋਲਾ, ਇੱਕ ਪਿਸਤੌਲ ਜੋ ਉਹਨੂੰ ਉਹਦੇ ਜਥੇਦਾਰ ਨੇ ਦਿੱਤਾ ਸੀ, ਛੋਟੀ ਕਿਰਪਾਨ, ਇੱਕ ਫੌਜੀ ਚਾਕੂ, ਪਾਣੀ ਦੀ ਬੋਤਲ ਅਤੇ ਕੁਝ ਸੁੱਕੇ ਮੇਵੇ। ਉਹਦੀ ਫੁਰਤੀ ਅਤੇ ਦਲੇਰੀ ਦੀਆਂ ਬਹੁਤ ਕਹਾਣੀਆਂ ਹਨ ਕਿ ਉਹ ਦੁਸ਼ਮਣ ਉੱਤੇ ਚੀਤੇ ਦੀ ਫੁਰਤੀ ਨਾਲ ਇਸ ਤਰ੍ਹਾਂ ਪੈਂਦਾ ਸੀ ਕਿ ਉਹਨਾਂ ਤੋਂ ਹਥਿਆਰ ਵੀ ਖੋਹ ਲੈਂਦਾ ਸੀ। ਉਹਦਾ ਨਿਸ਼ਾਨਾ ਸੁੱਤੇ ਸਿੱਧ ਹੀ ਅਚੋਕ ਸੀ, ਸਦਾ ਠੀਕ ਥਾਂ ਪੈਂਦਾ ਸੀ। ਕਿਸੇ ਮੁਕਾਬਲੇ ਜਾਂ ਘਾਤ ਵੇਲੇ ਉਹ ਬਹੁਤ ਇਕਾਗਰ ਤੇ ਦ੍ਰਿੜ ਚਿੱਤ ਹੋ ਜਾਂਦਾ ਸੀ। ਉਹ ਹਾਲਾਤ ਉੱਤੇ ਕੁਦਰਤੀ ਰੂਪ ਵਿੱਚ ਭਾਰੂ ਹੋ ਜਾਂਦਾ ਸੀ। ਉਸ ਤੋਂ ਕੋਈ ਗਲਤੀ ਨਹੀਂ ਹੁੰਦੀ ਸੀ। ਉਹਨੂੰ ਆਪਣੇ ਨਾਲੋਂ ਆਪਣੇ ਸਾਥੀਆਂ ਦੀ ਰਾਖੀ ਦੀ ਚਿੰਤਾ ਹੁੰਦੀ ਸੀ। ਉਹਨਾਂ ਲਈ ਆਪਣੀ ਜਾਨ ਖਤਰੇ ਵਿੱਚ ਪਾ ਲੈਂਦਾ ਸੀ। ਇੱਕ ਵਾਰ ਉਹ 2 ਸਿੰਘਾਂ ਸਮੇਤ ਪੁਲਿਸ ਦੇ ਘੇਰੇ ਵਿੱਚ ਆ ਗਿਆ। ਜਦੋਂ ਲੱਗਿਆ ਕਿ ਘੇਰੇ ਵਿੱਚੋਂ ਨਿਕਲਣ ਲਈ ਕਿਸੇ ਇੱਕ ਨੂੰ ਰੁਕਣਾ ਪੈਣਾ ਹੈ ਤਾਂ ਉਹਨੇ ਆਪਣੇ ਦੋਵਾਂ ਸਾਥੀਆਂ ਨੂੰ ਬਾਹਰ ਜਾਣ ਲਈ ਮਜਬੂਰ ਕੀਤਾ ਅਤੇ ਪੁਲਿਸ ਨੂੰ ਰੋਕੀ ਰੱਖਿਆ। ਬਾਅਦ ਵਿੱਚ ਉਹਨੇ ਪੁਲਿਸ ਦਾ ਨੁਕਸਾਨ ਵੀ ਕੀਤਾ ਅਤੇ ਆਪ ਕੋਈ 2 ਕਿਲੋਮੀਟਰ ਤੱਕ ਰੁੜ ਕੇ ਘੇਰੇ ਤੋਂ ਸਹੀ ਸਲਾਮਤ ਬਾਹਰ ਨਿਕਲ ਗਿਆ। ਜਦੋਂ ਉਹਨੂੰ ਪੁੱਛਿਆ ਕਿ ਤੂੰ ਆਪਣਿਆਂ ਤੋਂ ਵੱਡਿਆਂ ਨੂੰ ਜਾਣ ਲਈ ਕਿਵੇਂ ਕਹਿ ਸਕਦਾ ਸੀ, ਉਹ ਕਹਿਣ ਲੱਗਾ ਕਿ ਮੈਨੂੰ ਯਕੀਨ ਸੀ ਕਿ ਮੈਂ ਘੇਰੇ ਤੋਂ ਬਾਹਰ ਨਿਕਲ ਜਾਵਾਂਗਾ। ਇਹ ਤਜਰਬੇ ਤੋਂ ਬਾਅਦ ਉਹਦਾ ਸਵੈ ਭਰੋਸਾ ਹੋਰ ਵੱਧ ਗਿਆ। ਉਹ ਕਈ ਵਾਰ ਇਕੱਲਿਆਂ ਵੀ ਕੰਮਾਂ ਨੂੰ ਅੰਜਾਮ ਦੇ ਲੈਂਦਾ ਸੀ। ਉਹ ਕਈ ਵਾਰ ਫੌਜ ਨਾਲ ਇਕੱਲਿਆਂ ਮੁਕਾਬਲਾ ਕਰਕੇ ਸਹੀ ਸਲਾਮਤ ਬਾਹਰ ਨਿਕਲਿਆ ਸੀ। ਉਹਦੇ ਬਾਰੇ ਮਸ਼ਹੂਰ ਸੀ ਕਿ ਇੱਕ ਵਾਰ ਉਹਨੇ CRPF ਦੀ ਜੀਪ ਤੇ ਇਕੱਲਿਆਂ ਹੀ ਹਮਲਾ ਕਰ ਦਿੱਤਾ। ਜੀਪ ਵਿੱਚ 6 ਸਿਪਾਹੀ ਸਨ, ਉਹਨਾਂ ਵਿੱਚੋਂ 5 ਮਾਰ ਦਿੱਤੇ। ਬਚੇ ਹੋਏ ਸਿਪਾਹੀ ਨੂੰ ਜਦੋਂ ਅਫਸਰ ਨੇ ਪੁੱਛਿਆ ਕਿ ਹਮਲਾਵਰ ਕਿੰਨੇ ਸਨ ਤਾਂ ਉਹਦਾ ਉੱਤਰ ਸੀ ਕਿ ਮੈਂ ਵੇਖਿਆ ਤਾਂ ਇੱਕੋ ਸੀ, ਪਰ ਉਹ 6 ਬੰਦਿਆਂ ਵਾਂਗ ਹਮਲਾ ਕਰ ਰਿਹਾ ਸੀ। ਉਹ ਗੱਡੀ ਦੀ ਸਵਾਰੀ ਵਧੇਰੇ ਕਰਦਾ ਸੀ, ਭਾਵੇਂ ਉਹ ਮੋਟਰਸਾਈਕਲ ਵੀ ਵਰਤ ਲੈਂਦਾ ਸੀ। ਸੰਘਰਸ਼ ਦੇ ਦਿਨਾਂ ਵਿੱਚ ਜਿਹੜੇ ਸਿੰਘ ਸਿਦਕ ਸੰਜਮ ਨਾਲ ਇਹ ਰਾਹ ਪੈਂਦੇ ਸਨ ਉਹਨਾਂ ਵਿੱਚ ਇੱਕ ਤਬਦੀਲੀ ਆ ਜਾਂਦੀ ਸੀ। ਉਹ ਮੌਤ ਦੇ ਭੈ ਤੋਂ ਅਗਾਂਹ ਨਿਕਲ ਜਾਂਦੇ ਸਨ। ਇਹ ਨਿਰਭੈਤਾ ਸਿਰਫ ਮੌਤ ਤੋਂ ਹੀ ਨਹੀਂ ਸਗੋਂ ਜੋ ਗੁਰਸਿੱਖ ਦਾ ਜੀਵਨ ਮੰਨਿਆ ਜਾਂਦਾ ਹੈ ਉਹ ਉਹਨਾਂ 'ਤੇ ਆ ਜਾਂਦਾ ਸੀ। ਇਸ ਤਰ੍ਹਾਂ ਦੇ ਸਿੰਘ ਮਿਸਾਲ ਬਣ ਕੇ ਜੀਏ ਅਤੇ ਮੌਤ ਨੂੰ ਮਖੌਲ ਕਰਦੇ ਆਪਣਾ ਜੀਵਨ ਸਫ਼ਰ ਪੂਰਾ ਕਰਕੇ ਗੁਰੂ ਦੀ ਗੋਦ ਵਿੱਚ ਜਾ ਬਿਰਾਜੇ। ਅਖੀਰ ਸਦਾ ਦਾ ਸਦਾ ਉਹਨੂੰ ਇੱਕ ਮੁਕਾਬਲੇ ਦੇ ਰੂਪ ਵਿੱਚ ਆ ਗਿਆ। ਉਹ ਅਖੀਰ ਤੱਕ ਜੂਝਦਾ ਰਿਹਾ, ਆਪਣੇ ਸਾਥੀਆਂ ਨੂੰ ਸਾਂਭਦਾ ਰਿਹਾ ਅਤੇ ਦੁਸ਼ਮਣਾਂ ਨੂੰ ਪਾਰ ਬੁਲਾਉਂਦਾ ਰਿਹਾ ਅਤੇ ਸਾਥੋਂ ਵਿਦਾਇਗੀ ਲੈ ਗਿਆ। ਮੈਂ ਸੋਚਦਾ ਹਾਂ ਕਿ ਛੋਟੀ ਉਮਰੇ ਥੋੜ੍ਹੀ ਜਿਹੀ ਜ਼ਿੰਦਗੀ ਵਿੱਚ ਉਹਨੇ ਜੰਗ ਨੂੰ ਜਿਵੇਂ ਮਾਣਿਆ ਉਹਦੇ ਉੱਪਰ ਕਿਤਾਬ ਲਿਖੀ ਜਾ ਸਕਦੀ ਹੈ। ਹਾਲੇ ਤਾਂ ਪੰਥ ਖਿਡਾਓ ਵਿੱਚ ਹੈ, ਪਰ ਉਸ ਬਾਜ ਦੀ ਪਰਵਾਜ਼ ਨੂੰ ਪੰਥ ਨੇ ਜ਼ਰੂਰ ਸਾਂਭਿਆ ਹੋਇਆ ਹੈ। ਉਹ ਕਿਸੇ ਦਿਨ ਪੰਥ ਸਾਹਮਣੇ ਜ਼ਰੂਰ ਪ੍ਰਗਟ ਹੋਵੇਗੀ। ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ, ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ, ਲੇਖਕ ਭਾਈ ਦਲਜੀਤ ਸਿੰਘ, ਭਾਗ 7ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੂਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।